ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅੱਜ ਮੇਰੇ ਨਾਲ ਹਰ ਸੋਮਵਾਰ ਦੀ ਤਰ੍ਹਾਂ ਜੁੜ ਗਏ ਨੇ ਜੀ ਹਰਿੰਦਰ ਹੁੰਦਲ ਹਰੀ। ਹਰਿੰਦਰ ਹੁੰਦਲ ਤੁਸੀਂ ਸਾਰੇ ਜਾਣਦੇ ਹੋ ਕਿ ਸੋਸ਼ਲ ਐਕਟਿਵਿਸਟ ਨੇ ਔਰ ਕਾਫੀ ਸਾਰੇ ਸੁਸਾਇਟੀ ਦੇ ਜਿਹੜੇ ਕੰਮ ਨੇ ਸਾਡੀ ਕਮਿਊਨਿਟੀ ਦੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਬਹੁਤ ਸਾਰੀਆਂ ਚੀਜ਼ਾਂ ਨਾਲ ਉਹ ਜੁੜੇ ਰਹਿੰਦੇ ਨੇ, ਸੋ ਉਹਨਾਂ ਨਾਲ ਕਰਦੇ ਹਾਂ ਥੋੜ੍ਹੀ ਗੱਲਬਾਤ। ਸਭ ਤੋਂ ਪਹਿਲਾਂ ਤਾਂ ਹੁੰਦਲ ਸਾਹਿਬ ਤੁਹਾਡਾ ਸਵਾਗਤ ਕਰਦੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਹਰਜੀਤ ਜੀ ਬਹੁਤ ਬਹੁਤ ਧੰਨਵਾਦ। ਔਰ ਪੰਜਾਬੀ ਦੁਨੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਜੀ ਹੁੰਦਲ ਸਾਹਿਬ, ਆਪਾਂ ਗੱਲ ਕਰਨੀ ਆ ਅੱਜ ਇਹ ਕਿ ਜਿਹੜਾ ਮੁਲਕ ਕੈਨੇਡਾ ਆਪਾਂ ਅਪਣਾਇਆ ਆ, ਆਪਾਂ ਪਿਛਲੀਆਂ ਦੁਸ਼ਵਾਰੀਆਂ ਨੂੰ ਛੱਡ ਕੇ ਤੇ ਇੱਥੇ ਆ ਕੇ ਕੋਈ ਸਕੂਨ ਸਾਨੂੰ ਲੱਗਦਾ ਸੀ ਥੋੜ੍ਹਾ ਮਿਲੇਗਾ, ਪਰ ਜਿਸ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਜਿਹੜਾ ਆਮ ਵਿਅਕਤੀ ਆ, ਆਮ ਵਰਕਰ ਹੈ, ਜਿਹੜਾ ਕਿ ਜੂਝ ਰਿਹਾ ਆਪਣੀ ਰੋਜ਼ੀ ਰੋਟੀ ਲਈ, ਅਤੇ ਮਹਿੰਗਾਈ ਦਾ ਦੌਰ ਇੰਨਾ ਜ਼ਿਆਦਾ ਹੈ ਕਿ ਹਰ ਸਾਲ ਮਹਿੰਗਾਈ ਜੰਪ ਕਰਕੇ ਅੱਗੇ ਜਾਈ ਜਾ ਰਹੀ ਆ, ਅਤੇ ਜਿਹੜੀਆਂ ਵੇਜਸ ਨੇ ਉਹਨਾਂ ਦੇ ਵਿੱਚ ਕੋਈ ਸਿਫਤੀ ਤਬਦੀਲੀ ਨਹੀਂ ਆਈ। ਪਿਛਲੀ ਵਾਰ ਕੁਛ ਇੱਕ ਸਰਕਾਰ ਨੇ ਕੀਤਾ ਸੀਗਾ, ਲਿਬਰਲ ਸਰਕਾਰ ਨੇ, ਕਿ $15 ਪਰ ਆਵਰ ਕਰਾਂਗੇ ਮਿਨੀਮਮ, ਅਤੇ ਉਹਦੇ 'ਤੇ ਆ ਕੇ ਫਿਰ ਇਹਨਾਂ ਨੇ ਕੁਛ ਇੱਕ ਰੁਕਾਵਟਾਂ ਵੀ ਲਾਈਆਂ ਕਿ 20-25 ਸੈਂਟ ਸਾਲ ਬਾਅਦ ਕਿਤੇ ਇਨਕਰੀਜ਼ 2 ਸਾਲਾਂ ਬਾਅਦ ਹੁੰਦੀ ਆ, ਪਰ ਲੋਕਾਂ ਦਾ ਮਹਿੰਗਾਈ ਨੇ ਬੜਾ ਕਚੁੰਬਰ ਕੱਢਿਆ ਹੋਇਆ। ਤੁਸੀਂ ਇਹ ਸਾਰੀ ਚੀਜ਼ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ, ਔਰ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਦੀ ਅਣਗਹਿਲੀ ਆ ਜਾਂ ਜਿਹੜਾ ਇਹ ਸਿਸਟਮ ਹੈ ਕਾਰਪੋਰੇਟ ਸਿਸਟਮ, ਉਹਦੇ ਵਿੱਚ ਅਸੀਂ ਨਪੀੜੇ ਜਾ ਰਹੇ ਹਾਂ, ਸਰਕਾਰਾਂ ਸਾਡੀ ਬਾਂਹ ਨਹੀਂ ਫੜ ਰਹੀਆਂ, ਜਾਂ ਸਾਨੂੰ ਖੁਦ ਕੋਈ ਹਮਲਾ ਮਾਰਨ ਦੀ ਲੋੜ ਹੈ? ਹਰਜੀਤ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਇਹਨੇ ਲੋਕਾਂ ਦਾ ਜਿਹਨੂੰ ਕਹਿੰਦੇ ਕਮਰ ਤੋੜਤੀ ਆ। ਔਰ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਡੇਲੀ ਬੇਸਿਸ ਦੇ ਹਿਸਾਬ ਦੇ ਨਾਲ ਪ੍ਰਾਈਸਿਸ ਉੱਪਰ ਜਾ ਰਹੀਆਂ। ਜਿਹੜੀ ਕੋਈ ਵੀ ਵਿਅਕਤੀ ਅੱਜ ਕੀਮਤ ਵੇਖ ਕੇ ਆਉਂਦਾ ਤੇ ਉਹ ਜਦੋਂ ਕੁਝ ਸਮੇਂ ਬਾਅਦ ਫਿਰ ਜਾਂਦਾ ਤੇ ਉਹ ਹੈਰਾਨ ਹੋ ਜਾਂਦਾ ਕਿ ਕੀਮਤਾਂ ਕਿੱਥੇ ਚਲੇ ਗਈਆਂ। ਬਹੁਤ ਸਾਰੇ ਇਕਨੋਮਿਸਟ ਜਿਹੜੇ ਉਹ ਇਹ ਕਹਿੰਦੇ ਆ ਜੀ ਇਹ ਇਕਾਨਮੀ ਜਿਹੜੀ ਗਰੋਥ 'ਚ ਹੋਈ ਆ ਤੇ ਉਹਦਾ ਕਰਕੇ ਜਿਹੜੀ ਇਨਫਲੇਸ਼ਨ ਇੰਨੀ ਉੱਪਰ ਜਾ ਰਹੀ ਆ। ਪਰ ਕੋਵਿਡ ਦੇ ਸਮੇਂ ਦੌਰਾਨ ਦੇਖਿਆ ਅਸੀਂ ਕਿ ਗਰੋਥ ਤੇ ਹੋਈ ਨਹੀਂ, ਗਰੋਥ ਹੋ ਵੀ ਨਹੀਂ ਰਹੀ। ਜਿੰਨੇ ਕੈਪੀਟਲਿਸਟ ਕੰਟਰੀ ਆ ਸਾਰੇ ਸਟੈਗਨੇਸ਼ਨ 'ਚ ਆ। ਤਾਂ ਇਹਦਾ ਮਤਲਬ ਆ ਕਿ ਇਨਫਲੇਸ਼ਨ ਦਾ ਗਰੋਥ ਦੇ ਨਾਲ ਕੋਈ ਲਿੰਕ ਨਹੀਂ ਗਾ। ਪਰ ਫਿਰ ਵੀ ਅਸੀਂ ਲਗਾਤਾਰ ਜਿਹੜੀ ਇਹ ਗਰੋਥ ਇਨਫਲੇਸ਼ਨ ਦੇਖ ਰਹੇ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਇਨਫਲੇਸ਼ਨ ਮਹਿੰਗਾਈ ਹੁੰਦੀ ਆ ਕੰਸਿਸਟੈਂਟ ਰਾਈਜ਼ ਇਨ ਪ੍ਰਾਈਸਿਸ, ਜਦੋਂ ਲਗਾਤਾਰ ਪ੍ਰਾਈਸਿਸ ਵੱਧਦੀਆਂ। ਔਰ ਕੈਨੇਡਾ 'ਚ ਦਸੰਬਰ 'ਚ 4.8 ਪ੍ਰਾਈਸ ਇੰਡੈਕਸ ਉੱਪਰ ਗਿਆ, ਜਿਹੜਾ ਕਿ 30 ਸਾਲ ਦਾ ਜਿਹਨੇ ਰੈਕਡ ਤੋੜਿਆ। ਤੋ ਅਸਲ 'ਚ ਇੱਕ ਵੱਡਾ ਕਾਰਨ ਇਹਦੇ 'ਚ ਇਹ ਆ ਕਿ ਕੋਵਿਡ ਸਮੇਂ ਦੌਰਾਨ ਗੌਰਮੈਂਟ ਨੇ ਲਗਭਗ ਡੈਟ 'ਚ ਗਈ ਔਰ ਜਿਹੜੀ ਮਨੀ ਡਿਸਟਰੀਬਿਊਟ ਕੀਤੀ $400 ਬਿਲੀਅਨ ਦੇ ਨੇੜੇ ਤੇੜੇ ਮਨੀ ਜਿਹੜੀ ਦਿੱਤੀ, ਉਹਦਾ ਵੱਡਾ ਹਿੱਸਾ ਤੇ ਕਾਰਪੋਰੇਸ਼ਨਸ ਕੋ ਗਿਆ। ਪਰ ਉਹਦੇ ਨਾਲ ਜਿਹੜੀ ਜਿਹਨੂੰ ਕਹਿੰਦੇ ਆ ਕਿ ਮੋਨਿਟਰੀ ਈਜ਼ਿੰਗ, ਕੁਆਂਟੀਟੇਟਿਵ ਜਿਹੜੀ ਈਜ਼ਿੰਗ ਹੋਈ, ਜਿਹਦੇ ਨਾਲ ਇੰਨੀ ਸਰਕੂਲੇਸ਼ਨ 'ਚ ਮਨੀ ਜ਼ਿਆਦਾ ਗਈ। ਸਰਕਾਰ ਲਗਭਗ $5 ਬਿਲੀਅਨ ਪ੍ਰਿੰਟ ਕਰਦੀ ਰਹੀ ਵੀਕਲੀ। ਤੋ ਇਹ ਆ ਕਿ ਹਾਂਜੀ ਪ੍ਰੋਡਕਸ਼ਨ ਹੋਈ ਨਹੀਂ, ਇਕਾਨਮੀ 'ਚ ਸਟੈਗਨੇਸ਼ਨ 'ਚ ਆ। ਕੋਈ ਰੀਅਲ ਪ੍ਰੋਡਕਸ਼ਨ ਤੇ ਉਨੀ ਹੋਈ ਨਹੀਂ ਨਾ ਜਿੰਨੀ ਮਨੀ ਪ੍ਰਿੰਟ ਕਰ ਦਿੱਤੀ। ਤੋ ਇੱਕ ਕਾਰਨ ਵੱਡਾ ਇਹ ਆ ਇਨਫਲੇਸ਼ਨ ਦਾ ਕਿ ਮਨੀ ਇਨ ਸਰਕੂਲੇਸ਼ਨ ਬਹੁਤ ਆ ਪਰ ਪ੍ਰੋਡਕਸ਼ਨ ਨਹੀਂ ਵਧੀ। ਦੂਸਰਾ ਇਹ ਆ ਕਿ ਜਿਹੜੀਆਂ ਰੀਅਲ ਵੇਜਸ, ਜਿੱਦਾਂ ਤੁਸੀਂ ਇਹ ਕਿਹਾ, ਵਰਕਰਸ ਦੀਆਂ ਵੇਜਸ ਤੇ ਨਹੀਂ ਨਾ ਵਧੀਆਂ। ਜੇ ਇਨਫਲੇਸ਼ਨ ਵੱਧਦੀ ਆ ਤੇ ਉਹਨੂੰ ਆਫਸੈਟ ਕਰਨਾ ਚਾਹੀਦਾ, ਉਨੀ ਹਰ ਬੰਦੇ ਦੀ ਦਿਹਾੜੀ ਵਧੇ, ਉਹ ਵਧੀ ਨਹੀਂ। ਜਿੱਦਾਂ ਤੁਸੀਂ ਡੱਗ ਫੋਰਡ ਦੀ ਗੱਲ ਕੀਤੀ, ਜਦੋਂ ਆਏ ਪੁਰਾਣੀ ਸਰਕਾਰ ਨੇ, ਕਿਉਂਕਿ ਬੜੀ ਇੱਕ ਕੈਂਪੇਨ ਚੱਲੀ ਸੀ 15 ਐਂਡ ਫੇਅਰ ਵੇਜਸ ਦੀ, ਬੜੀ ਮੂਵਮੈਂਟ ਚੱਲੀ। ਉਹਦੇ ਨਾਲ ਗੌਰਮੈਂਟ ਐਗਰੀ ਹੋਈ ਕਿ ਅਸੀਂ $15 ਦੇਵਾਂਗੇ, ਭਾਵੇਂ ਕਿ ਇਸ ਸਮੇਂ ਤੇ ਹੁਣ ਲਗਭਗ 20 ਤੋਂ ਉੱਤੇ ਚਾਹੀਦੀ, $23 ਮਿਨੀਮਮ ਵੇਜ ਚਾਹੀਦੀ। ਪਰ ਡੱਗ ਫੋਰਡ ਉਹਨਾਂ ਨੇ ਆਉਂਦਿਆਂ ਉਹਨੂੰ ਕੈਂਸਲ ਕਰ ਦਿੱਤਾ ਤੇ ਪਿੱਛੇ ਲੈ ਗਏ। ਹੁਣ ਵੀ ਇਸ ਵੇਲੇ $15 ਮਿਨੀਮਮ ਵੇਜ ਆ, ਜਿਹੜੀ ਕਿ ਕੁਝ ਨਹੀਂ। ਤੋ ਬੇਸਿਕਲੀ ਇਹ ਆ ਕਿ ਜਿਹੜਾ ਸਮੁੱਚਾ ਕਬਜ਼ਾ ਵਾ ਅਸੀਂ ਦੇਖ ਰਹੇ ਕਾਰਪੋਰੇਟ ਖੇਤਰ ਦਾ, ਸਾਡੀ ਫਿਊਲ ਤੇ ਸਾਡੀਆਂ ਫੂਡਸ, ਸਾਡੇ ਗਰੋਸਰੀ ਸਟੋਰਸ ਤੇ। ਤੁਸੀਂ ਦੇਖੋ ਜਿਹੜੇ ਸੀਓਜ਼ ਵਾ ਮੈਟਰੋ ਦੇ, ਸੋਬੇਜ ਦੇ, ਲੋਬਲਾਸ ਦੇ, ਉਹਨਾਂ ਦਾ $4.5 ਬਿਲੀਅਨ ਪ੍ਰੋਫਿਟ ਵਧਿਆ ਪੈਂਡੈਮਿਕ ਦੇ ਦੌਰਾਨ। ਤੋ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਪ੍ਰਾਈਸਿਸ ਉੱਪਰ ਜਾ ਰਹੀਆਂ ਉਹਦੇ ਨਾਲ ਪ੍ਰੋਫਿਟ ਕਿੰਨੇ ਸੋਰ ਕੀਤੇ ਆ। ਤੇ ਦੂਸਰੀ ਗੱਲ ਇਹ ਆ ਕਿ ਜਿਹੜੀ
ਜਿਹੜੀਆਂ ਜਿੰਨਾ ਇਹ ਸਮੁੱਚਾ ਸਿਸਟਮ ਆ, ਭਾਵੇਂ ਕਿ ਉਹ ਕੋਵਿਡ ਦੇ ਨਾਲ ਵੀ ਹੈਂਪਰ ਹੋਇਆ, ਪਰ ਜਿਹੜਾ ਸਮੁੱਚਾ ਜਿਹੜਾ ਸਿਸਟਮ ਆ ਸਾਡਾ ਫਿਊਲ ਦਾ ਜਾਂ ਸਾਡੀਆਂ ਖਾਣ ਪੀਣ ਵਸਤਾਂ ਦਾ, ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਗਵਰਨਮੈਂਟ ਦਾ। ਉਹ ਟੋਟਲ ਕਾਰਪੋਰੇਟ ਹੱਥਾਂ 'ਚ ਆ। ਅਸੀਂ ਪਿੱਛੇ ਜੇ ਦੇਖਿਆ ਵੀ ਸੀ ਕਿ ਲੋਬਲਾਜ਼ ਤੇ ਕੁਝ ਸਟੋਰਾਂ ਨੇ ਰਲ ਕੇ ਬ੍ਰੈਡ ਦੇ ਪ੍ਰਾਈਸਿਸ ਜਦੋਂ ਉਹਨਾਂ ਨੂੰ ਵਧਾਏ ਸੀ, ਉਦੋਂ ਉਹਦਾ ਮੁੜ ਕੇ ਇਹਨਾਂ ਨੂੰ ਲੋਬਲਾਜ਼ ਨੇ ਕਿਹਾ ਜੀ ਅਸੀਂ $25 ਕ੍ਰੈਡਿਟ ਦੇਵਾਂਗੇ, ਜਦੋਂ ਇਹਨਾਂ ਦੀ ਬਹੁਤ ਬੇਇੱਜ਼ਤੀ ਹੋਈ ਔਰ ਹੋਈ। ਤੋ ਪ੍ਰਾਈਸਿਸ ਨਾਲ ਮੈਨੂਪਲੇਟ ਵੀ ਹੋ ਰਿਹਾ। ਤੋ ਇਹ ਇੱਕ ਮਹਿੰਗਾਈ ਦਾ ਜਿਹੜਾ ਮਸਲਾ ਉਹ ਬੜੀ ਚਿੰਤਾ ਦਾ ਮਸਲਾ। ਜੇ ਆਪਾਂ ਵੇਖੀਏ ਤੇ ਪਿਛਲੇ ਸਮੇਂ 'ਚ ਡੇਅਰੀ ਤੇ ਫਰੈਸ਼ ਪ੍ਰੋਡਿਊਸ 'ਚ ਬਿਗੈਸਟ ਜੰਪ ਹੋਇਆ, 5 ਤੋਂ 7% ਰਾਈਜ਼ ਤੇ ਪਿਛਲੇ ਸਾਲ ਹੋਇਆ। ਗਰੋਸਰੀ 'ਚ 5.7 ਹੋਇਆ, ਔਰ ਪਿਛਲੇ 5 ਸਾਲਾਂ 'ਚ ਗਰੋਸਰੀ ਦੀਆਂ ਕੀਮਤਾਂ 15% ਵਧੀਆਂ, ਔਰ ਜੇ ਆਪਾਂ 10 ਸਾਲਾਂ 'ਚ ਵੇਖੀਏ ਤੇ 34% ਕੀਮਤਾਂ ਵਧੀਆਂ। ਜਿਹੜੀਆਂ ਫਰੈਸ਼ ਵੈਜੀਟੇਬਲਸ ਉਹ ਅਸੀਂ ਪਿਛਲੇ ਸਮੇਂ 'ਚ ਦੇਖਿਆ 7%, ਫਰੂਟ 5 ਤੇ ਡੇਅਰੀ 6। ਤੋ ਅਨਐਮਪਲੋਇਮੈਂਟ ਤੇ 6.5% ਤੇ ਆ ਪ੍ਰਾਈਸਿਸ ਵਧੀ ਜਾਂਦੀਆਂ, ਵੇਜਸ ਕਾਬੂ ਨਹੀਂ ਆ ਰਹੀਆਂ। ਤੋ ਇਹ ਇੱਕ ਬਹੁਤ ਵੱਡੀ ਜਿਹੜੀ ਆ ਗਲਤ ਦਿਸ਼ਾ ਵੱਲ ਜਾ ਰਹੀ ਆ। ਮਾਰੂ ਜਿਹੜੇ ਮਿਹਨਤਕਸ਼ ਲੋਕ ਆ ਉਹਨਾਂ ਲਈ ਇਹ ਮਾਰੂ ਰਾਹ ਵੱਲ ਇਨਫਲੇਸ਼ਨ ਜਾ ਰਹੀ। ਹੁੰਦਲ ਸਾਹਿਬ, ਤੁਸੀਂ ਕਿਹਾ ਆ ਕਿ ਇਨਫਲੇਸ਼ਨ ਵਧਣ ਦਾ ਮਤਲਬ ਹੈ ਮਹਿੰਗਾਈ ਵਧਣਾ, ਪਰ ਦੂਜੇ ਪਾਸੇ ਨਾਲ ਦੀ ਨਾਲ ਇਹ ਕਹਿ ਰਹੇ ਹੋ ਕਿ ਮਨੀ ਵੀ ਸਰਕੂਲੇਸ਼ਨ 'ਚ ਆ ਲੋਕਾਂ ਦੀ, ਕੋਈ ਕਿਤੇ ਇਹ ਨਹੀਂ ਕਿ ਬੈਂਕਾਂ 'ਚ ਰੱਖ ਕੇ ਬੈਠੇ ਆ, ਪਰ ਜਿਹੜਾ ਪ੍ਰੋਡਕਸ਼ਨ ਆ ਪ੍ਰੋਡਕਸ਼ਨ ਉਹ ਨਹੀਂ ਵਧੀ। ਪ੍ਰੋਡਕਸ਼ਨ ਤੋਂ ਭਾਵ ਆਪਾਂ ਕੀ ਲਈਏ? ਜਿੱਦਾਂ ਸਾਡੀ ਐਗਰੀਕਲਚਰ ਪ੍ਰੋਡਕਸ਼ਨ ਆ ਉਹ ਤਾਂ ਪਹਿਲਾਂ ਹੀ ਸਾਡੀ ਜਿੱਦਾਂ ਫਰੂਟ ਅਤੇ ਵੈਜੀਟੇਬਲ ਆਪਾਂ ਡਿਪੈਂਡੈਂਟ ਆ ਬਹੁਤਾ ਕਰਕੇ ਕੈਲੀਫੋਰਨੀਆ ਅਤੇ ਅਮਰੀਕਾ ਅਤੇ ਚਿੱਲੀ ਅਤੇ ਬੜੀ ਜਗ੍ਹਾ ਤੋਂ ਆਉਂਦਾ ਆਪਣਾ ਸਾਰਾ ਕੁਛ ਫਰੈਸ਼ ਵੈਜੀਟੇਬਲ ਵਗੈਰਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਪ੍ਰੋਡਕਸ਼ਨ ਤਾਂ ਆਪਾਂ ਪਹਿਲਾਂ ਵੀ ਜ਼ਿਆਦਾ ਨਹੀਂ ਸੀ ਕਰਦੇ। ਡੈਰੀ ਦੀ ਪ੍ਰੋਡਕਸ਼ਨ ਸਾਡੇ ਕੋਲ ਹੈ, ਪਰ ਉਹਦੇ ਉੱਤੇ ਵੀ ਜਦੋਂ ਅਸੀਂ ਨਾਫਟਾ ਟੁੱਟ ਗਿਆ ਸੀਗਾ ਅਤੇ ਦੁਬਾਰਾ ਜਦੋਂ ਜਿਹੜਾ ਸਮਝੌਤਾ ਹੋਇਆ ਟਰੰਪ ਸਾਹਿਬ ਦੇ ਹੁੰਦਿਆਂ ਲਮਕਾ ਕੇ ਬੜਾ ਲਟਕਾ ਕੇ ਉਹਨਾਂ ਨੇ ਕੀਤਾ ਸੀ ਉਹ, ਅਤੇ ਉਹਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਡੈਰੀ ਪ੍ਰੋਡਕਟ ਆ ਉਹਨਾਂ ਨੇ ਇੰਪੋਜ਼ ਕੀਤਾ ਜ਼ਬਰਦਸਤੀ ਕਿ ਸਾਡੇ ਕੋਲੋਂ ਤੁਹਾਨੂੰ ਲੈਣੇ ਪੈਣਗੇ। ਇਹਦੇ ਬਾਵਜੂਦ ਵੀ ਡੈਰੀ ਦੇ ਜਿਹੜਾ ਪ੍ਰੋਡਕਟ ਆ ਮਿਲਕ ਦੀ ਆ ਰਹੀ ਆ ਗੱਲ ਕਿ ਘੱਟੋ ਘੱਟ ਇੱਕ ਪੈਕਟ ਪਿੱਛੇ $1 ਇਨਕਰੀਜ਼ ਹੋਣ ਜਾ ਰਹੀ ਹੈ, 2-4 ਦਿਨ ਦੇ ਵਿੱਚ ਹੋ ਜਾਏਗੀ ਉਹ। ਸੋ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਫਾਰਮਰ ਨੂੰ ਪ੍ਰੋਟੈਕਟ ਕਰਨਾ ਬਣਦਾ। ਆਪਾਂ ਹੁਣੇ ਐਜੀਟੇਸ਼ਨ ਲੜੀ ਆ ਇੰਡੀਆ ਦੇ ਸੰਦਰਭ 'ਚ ਜੇ ਗੱਲ ਕਰੀਏ ਤਾਂ, ਕਿ ਜਿਹੜੀ ਮਿਨੀਮਮ ਪ੍ਰਾਈਸ ਆ ਉਹ ਜਿਹੜਾ ਪ੍ਰੋਡਕਟ ਹੈ ਐਗਰੀਕਲਚਰ ਪ੍ਰੋਡਕਟ ਆ ਉੱਥੇ ਤਾਂ ਮਿਲਣੀ ਚਾਹੀਦੀ ਕਿਸਾਨ ਨੂੰ। ਸੋ ਜਿਹੜਾ ਡੈਰੀ ਪ੍ਰੋਡਕਟ ਆ ਜੇ ਵੇਖਿਆ ਜਾਵੇ ਤਾਂ ਦੂਜਿਆਂ ਦੇ ਕੰਪੈਰੇਟਿਵਲੀ ਅੱਜ ਵੀ ਕੋਈ ਜ਼ਿਆਦਾ ਇੱਥੇ ਵੀ ਇਸ ਤਰ੍ਹਾਂ ਨਹੀਂ ਆ ਕਿ ਡੈਰੀ ਬਹੁਤ ਜ਼ਿਆਦਾ ਮਹਿੰਗਾ ਆ, ਅਤੇ ਉਹਦੇ ਮੁਕਾਬਲੇ ਕੋਕ ਜਾਂ ਜਿਹੜਾ ਸਪਰਾਈਟ ਵਗੈਰਾ ਅਸੀਂ ਲੈਂਦੇ ਆ ਉਹਨਾਂ ਦੀਆਂ ਕੀਮਤਾਂ ਲਗਭਗ ਬਰਾਬਰ ਹੀ ਹੁੰਦੀਆਂ ਨੇ, ਥੋੜ੍ਹਾ ਬਹੁਤਾ ਫਰਕ ਹੋਏਗਾ। ਹਰਜੀਤ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਹੜੀਆਂ ਕੀਮਤਾਂ ਵਾ ਉਹ ਲਗਾਤਾਰ ਵੱਧ ਰਹੀਆਂ। ਔਰ 2 ਚੀਜ਼ਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ। ਅਸਲ 'ਚ ਇੱਕ ਹੋਰ ਵੀ ਚੀਜ਼ ਹੋ ਰਹੀ ਆ ਕਿ ਜਿਹੜਾ ਕੈਨੇਡਾ ਵਾ ਇਹਦੀ ਬਹੁਤੀ ਜਿਹੜੀ ਪ੍ਰੋਡਕਸ਼ਨ ਹੋ ਰਹੀ ਆ ਜਾਂ ਜਿਹੜੀਆਂ ਚੀਜ਼ਾਂ ਇੰਪੋਰਟ ਹੋ ਰਹੀਆਂ ਉਹਨਾਂ ਦੀਆਂ ਕੀਮਤਾਂ $US 'ਚ ਨਿਰਧਾਰਿਤ ਹੁੰਦੀਆਂ। ਅਸੀਂ ਜੇ ਥੋੜਾ ਹਿਸਟੋਰੀਕਲੀ ਜਾਈਏ ਤੇ ਬ੍ਰੈਟਨ ਵੁੱਡ ਸਿਸਟਮ ਸੈਕੰਡ ਵਰਲਡ ਵਾਰ ਤੋਂ ਬਾਅਦ 'ਚ ਆਇਆ, ਜਿਹਦੇ 'ਚ ਗੋਲਡ ਸਟੈਂਡਰਡ ਤੋਂ US ਸਟੈਂਡਰਡ 'ਚ ਟ੍ਰੇਡਸ ਹੋਣ ਲੱਗਾ। ਔਰ ਇਹਦੇ 'ਚ US ਨੂੰ ਇਹਦੇ 'ਚ ਬੜੀ ਉਹਦੀ ਹੈਜਮਨੀ ਸਰਦਾਰੀ ਰੱਖੀ ਉਹਨੇ, ਔਰ ਮੋਸਟਲੀ ਦੁਨੀਆ 'ਚ ਚੀਜ਼ਾਂ ਟ੍ਰੇਡ US 'ਚ ਹੁੰਦੀਆਂ। ਜਦੋਂ US ਡੀਵੈਲੂਏਟ ਹੁੰਦਾ ਤੇ ਉਹਦੇ ਕੰਪੈਰੇਟਿਵਲੀ ਜਾਂ ਐਵੈਲੂਏਟ ਹੁੰਦਾ ਉਹਦੇ ਕੰਪੈਰੇਟਿਵਲੀ ਦੂਸਰੀਆਂ ਦੇਸ਼ਾਂ ਦੀਆਂ ਚੀਜ਼ਾਂ ਜਿਹੜੀਆਂ ਉਹਦੇ ਅਨੁਸਾਰ ਪ੍ਰਾਈਸ ਨਿਰਧਾਰਿਤ ਹੁੰਦਾ। ਪਹਿਲੀ ਤੇ ਗੱਲ ਇਹ ਆ ਕਿ ਦੁਨੀਆ ਦੀਆਂ ਜਿੰਨੀਆਂ ਵੀ ਕਰੰਸੀਜ਼ ਆ ਇਨਕਲੂਡਿੰਗ ਕੈਨੇਡਾ, ਇਸ ਗੁਲਾਮੀ ਤੋਂ ਬਾਹਰ ਨਿਕਲਣਾ ਚਾਹੀਦਾ। ਕੈਨੇਡਾ ਨੂੰ ਆਪ ਚੀਜ਼ਾਂ ਪ੍ਰੋਡਿਊਸ ਕਰਕੇ ਜਾਂ ਜਿੰਨੀ ਇੱਥੇ ਪ੍ਰੋਡਕਸ਼ਨ ਪ੍ਰੋਸੈਸ ਦੂਸਰੇ ਦੇਸ਼ਾਂ 'ਚ ਗਈ ਜਾਂ ਇੱਥੋਂ ਇੰਡਸਟਰੀਜ਼ ਸ਼ਿਫਟ ਕਰਕੇ ਉਹਨਾਂ ਦੇਸ਼ਾਂ ਦੂਸਰਿਆਂ 'ਚ ਭੇਜੀ ਗਈ, ਇੱਕ ਤੇ ਉਹ ਕਾਰਨ ਆ ਕਿ ਪ੍ਰੋਡਕਸ਼ਨ ਘਟੀ, ਦੂਸਰਾ US 'ਚ ਟ੍ਰੇਡ ਹੋਣ ਦਾ ਕਾਰਨ ਕਰਕੇ ਸਾਨੂੰ ਚੀਜ਼ਾਂ ਮਹਿੰਗੀਆਂ ਮਿਲਦੀਆਂ। ਤੁਸੀਂ ਜਿਹੜਾ ਨੈਫਟਾ ਦੀ ਗੱਲ ਕੀਤੀ, USMCA ਜਿਹੜਾ ਇਹਨਾਂ ਮੋਡੀਫਾਈ ਕੀਤਾ, ਉਹਦੇ 'ਚ ਇਹ ਕਿਹਾ ਗਿਆ ਕਿ ਇਹਨਾਂ ਨੂੰ ਅਮਰੀਕਾ ਤੋਂ ਆਹ ਚੀਜ਼ਾਂ ਲੈਣੀਆਂ ਪੈਣੀਆਂ। ਉਹਦੇ 'ਚ ਟ੍ਰੇਡ ਰਿਲੇਟਡ ਡਿਸਪਿਊਟ ਮੈਟਰਸ ਆ ਜਿਹੜੇ ਨੈਫਟਾ 'ਚ ਵੀ ਹੀ, ਕਿ ਜੇ ਗੌਰਮੈਂਟ ਕਿਸੇ ਵੇਲੇ ਵੀ ਕਿਸੇ ਚੀਜ਼ ਦਾ ਪ੍ਰਾਈਸ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਜਾਂ ਕਿਸੇ ਪਾਲਿਸੀ ਕਰਕੇ ਉਹਨਾਂ ਦੇ ਇੰਟਰਸਟ ਨੂੰ ਲਾਸ ਹੁੰਦਾ ਤੇ ਉਹ ਸੂ ਕਰ ਸਕਦੇ।
ਤੋ ਵੇਖਣ 'ਚ ਇਹ ਆ ਕਿ ਸਮੁੱਚਾ ਤਾਣਾ ਬਾਣਾ ਜਿਹੜਾ ਵਾ ਉਹ ਕਾਰਪੋਰੇਸ਼ਨ ਦੇ ਹੱਥਾਂ 'ਚ ਆ, ਔਰ ਉਹ ਸਪਲਾਈ ਐਂਡ ਡਿਮਾਂਡ ਦੇ ਫੈਕਟਰ ਨਾਲ ਪਲੇ ਕਰਦੇ। ਅਸਲ 'ਚ ਹੋਣਾ ਇਹ ਚਾਹੀਦਾ ਵਾ, ਜਿੱਥੇ ਆਪਾਂ ਕਹਿੰਦੇ ਆ ਕਿ ਵੇਜਸ ਵਧਣ ਵਰਕਰ ਦੀਆਂ, ਫਿਰ ਤੇ ਇਨਫਲੇਸ਼ਨ ਆਫਸੈਟ ਹੋ ਗਈ। ਜੇ ਮਹਿੰਗਾਈ 4-5% ਵਧੀ ਤੇ ਜੇ ਵੇਜਸ ਵਧੀਆਂ ਤੇ ਫਿਰ ਤੇ ਆਫਸੈਟ ਹੋ ਗਈ। ਦੂਸਰਾ ਇਹ ਆ ਕਿ ਗੌਰਮੈਂਟ ਨੂੰ, ਜਿਵੇਂ ਆਪਣੇ ਦੇਖੋ ਇੰਡੀਆ 'ਚ FCI ਸੀ ਜਾਂ ਮਿਨੀਮਮ ਸਪੋਰਟ ਪ੍ਰਾਈਸ ਸੀ, ਉਹ ਫਿਰ ਸਾਨੂੰ ਚੀਜ਼ਾਂ ਵੀ ਜਿਹੜੀਆਂ ਕਿ ਨਿਰੰਤਰ ਰਹਿੰਦਾ ਸੀ ਗੌਰਮੈਂਟ ਦਾ, ਉਹਨਾਂ ਚੀਜ਼ਾਂ 'ਚ ਗੌਰਮੈਂਟ ਇੱਕ ਪ੍ਰਾਈਸ ਤੇ ਖਰੀਦਦੀ ਸੀ ਤੇ ਇੱਕ ਪ੍ਰਾਈਸ ਤੇ ਰਿਲੀਜ਼ ਕਰਦੀ ਸੀ। ਪਰ ਇੰਟਰਨੈਸ਼ਨਲ ਮੋਨਿਟਰੀ ਫੰਡ, ਵਰਲਡ ਬੈਂਕ ਥੱਲੇ ਤੁਸੀਂ ਦੇਖਿਆ ਇੰਡੀਆ 'ਚ ਵੀ ਇਹ ਤਾਣਾ ਬਾਣਾ ਖਤਮ ਹੋ ਗਿਆ। ਸਾਡੇ ਇੱਕ ਸਾਥੀ ਪਾਕਿਸਤਾਨ ਤੋਂ ਹੀ ਉਹ ਦੱਸਦੇ ਸੀ, ਪਾਕਿਸਤਾਨ 'ਚ ਵੀ ਇਦਾਂ ਸੀ ਕਿ ਇੱਕ ਗੌਰਮੈਂਟ ਫਿਕਸ ਕਰਦੀ ਸੀ ਬਾਸਕਟ ਐਸੈਂਸ਼ੀਅਲਸ ਦਾ ਪ੍ਰਾਈਸ, ਪਰ ਇਹਨਾਂ ਦੇਸ਼ਾਂ ਦੀਆਂ ਔਰ ਇਹ ਸੰਸਥਾਵਾਂ ਵੱਲੋਂ ਦਬਾਅ ਪੈਣ ਤੇ ਉਹ ਖਤਮ ਹੋ ਗਿਆ। ਦੂਸਰਾ ਇਹ ਗਵਰਨਮੈਂਟ ਨੂੰ ਨਿਰਧਾਰਿਤ ਪ੍ਰਾਈਸ ਤੇ ਜਿਹੜੀ ਬੇਸਿਕ ਨੈਸੈਸਿਟੀਜ਼ ਦੀਆਂ ਵਸਤੂਆਂ ਵਾ ਲੋਕਾਂ ਦੀਆਂ, ਇਹਦੇ ਆਪਣੇ ਤੌਰ ਤੇ ਜਿਹੜੇ ਸਟੋਰ ਕੰਟਰੋਲਡ ਪ੍ਰਾਈਸ ਤੇ ਜਿਹੜੇ ਕਰਨੇ ਚਾਹੀਦੇ, ਤਾਂ ਰਾਹਤ ਮਿਲੂ। ਨਹੀਂ ਤੇ ਇਹ ਸਮੁੱਚਾ ਜਿੰਨਾ ਵੀ ਸਾਡਾ ਫੂਡ ਗ੍ਰੇਨਸ ਦਾ ਪ੍ਰੋਡਕਸ਼ਨ ਦਾ, ਡਿਸਟ੍ਰੀਬਿਊਸ਼ਨ ਦਾ ਤੇ ਸੇਲ ਦਾ ਪ੍ਰਾਈਵੇਟ ਹੱਥਾਂ 'ਚ ਔਰ ਬਿਗ ਕਾਰਪੋਰੇਸ਼ਨ ਹੱਥਾਂ 'ਚ ਆ, ਔਰ ਇਹਦੇ 'ਚ ਕੋਈ ਹੈ ਨਹੀਂ ਰਾਹਤ ਕਿ ਜਿਹੜੀ ਚੀਜ਼ ਆ ਕੋਈ ਉਹਨਾਂ ਨੂੰ ਮਿਲ ਸਕੇ। ਜੀ ਅੱਛਾ, ਨਹੀਂ ਹੁੰਦਲ ਸਾਹਿਬ, ਜਿੱਦਾਂ ਤੁਸੀਂ ਇੱਕ ਪੁਆਇੰਟ ਉਠਾਇਆ ਕਿ ਜਿਹੜਾ US ਡਾਲਰ ਦੇ ਵਿੱਚ ਟ੍ਰੇਡ ਹੁੰਦਾ ਆ ਵਰਲਡ ਵਾਈਡ, ਇਹ ਕਿਸਮ ਦੀ ਗੁਲਾਮੀ ਆ, ਤੇ ਇਸ ਗੁਲਾਮੀ ਤੋਂ ਨਿਕਲਣ ਵਾਸਤੇ ਜਿਹੜੇ ਯੂਰੋ ਕੰਟਰੀ ਨੇ, 28 ਕੰਟਰੀ ਯੂਰਪੀਅਨ ਯੂਨੀਅਨ ਦੇ, ਉਹਨਾਂ ਨੇ ਬੜਾ ਵੱਡਾ ਹਮਲਾ ਮਾਰਿਆ ਸੀ। ਉਹਨਾਂ ਨੇ ਆਪੋ 'ਚ ਸਾਰੀ ਜਿਹੜੀ ਆਪਣੀ ਟ੍ਰੇਡ ਆ ਉਹਨੂੰ ਯੂਰੋ ਦੇ ਵਿੱਚ ਕਨਵਰਟ ਕਰ ਲਿਆ। ਕੁਛ ਚਿਰ ਉਹਦਾ ਲੱਗਿਆ ਵੀ ਉਹਨਾਂ ਨੂੰ ਇੰਪੈਕਟ ਲੱਗਿਆ, ਪਰ ਅਲਟੀਮੇਟਲੀ ਉੱਥੇ ਗੱਲ ਆ ਗਈ ਆ, ਮਹਿੰਗਾਈ ਦੀ ਦਰ ਯੂਰਪ ਦੇ ਵਿੱਚ ਵੀ ਕਿਸੇ ਪਾਸਿਓਂ ਘੱਟ ਨਹੀਂ ਆ, ਸਗੋਂ ਕਈ ਵਾਰ ਲੱਗਦਾ ਕਿ ਨਾਰਥ ਅਮਰੀਕਾ ਤੋਂ ਵੀ ਟਾਈਟ ਹਾਲਾਤ 'ਚ ਉੱਥੇ ਜਿਹੜੇ ਲੋਕ ਨੇ ਉਹ ਮਹਿਸੂਸ ਕਰਦੇ ਨੇ। ਮਤਲਬ ਜਿਸ ਤਰ੍ਹਾਂ ਸਬਸਿਡੀਆਂ ਵਗੈਰਾ ਤੇ ਕੁਝ ਨੇ ਕਿ ਜਰਮਨ ਵਗੈਰਾ ਕਿਤੇ ਹੈਗੀਆਂ ਨੇ, ਪਰ ਬਹੁਤ ਸਾਰੇ ਮੁਲਕਾਂ ਨੇ ਉਹ ਚੀਜ਼ਾਂ ਚੁੱਕ ਲਈਆਂ, ਪਰ ਆਮ ਲੋਕ ਜਿਹੜੇ ਆ ਉਹ ਉੱਥੇ ਵੀ ਉਸੇ ਤਰ੍ਹਾਂ ਹੀ ਪਿਸ ਰਹੇ ਨੇ, ਜਿੱਥੇ ਕਿ US ਡਾਲਰ ਦੇ ਵਿੱਚ ਆਪਸੀ ਉਹਨਾਂ ਦਾ ਵਪਾਰ ਨਹੀਂ ਹੁੰਦਾ। ਜਿਹੜੇ ਯੂਰੋ ਕੰਟਰੀ ਮੈਂ ਉਹਨਾਂ ਦੀ ਗੱਲ ਕਰ ਰਿਹਾ। ਤੇ ਉਸ ਤੋਂ ਇਲਾਵਾ ਜਿਸ ਤਰੀਕੇ ਦਾ ਆਪਾਂ ਗੱਲ ਫੂਡ ਦੀ ਇਕੱਲੇ ਦੀ ਕਰਦੇ ਹਾਂ, ਬਾਕੀ ਚੀਜ਼ਾਂ ਦੀ ਪ੍ਰਾਈਸ, ਜਿੱਦਾਂ ਹਾਊਸਿੰਗ ਇੰਡਸਟਰੀ ਦੀ ਗੱਲ ਕਰ ਲਈਏ, ਆਟੋਮੋਬਾਈਲ ਇੰਡਸਟਰੀ ਦੀ ਗੱਲ ਕਰ ਲਈਏ, ਤੁਸੀਂ ਅੱਜ ਪੁਰਾਣੀ ਕਾਰ ਲੈਣ ਜਾਓ, 5 ਸਾਲ ਚੱਲੀ ਹੋਈ ਪੁਰਾਣੀ ਜਿਹੜੀ ਤੁਹਾਨੂੰ 14-15 ਹਜ਼ਾਰ ਦੀ ਨਾਰਮਲ ਕਾਰ ਮਿਲਦੀ ਸੀ, ਹੁਣ 25 ਤੋਂ 30 ਹਜ਼ਾਰ ਡਾਲਰ ਦੀ ਮਿਲ ਰਹੀ ਆ। ਮਾਰਕੀਟ ਇੰਨੀ ਤੇਜ਼ ਆ। ਜਿਹੜੇ ਘਰਾਂ ਦੀ ਗੱਲ ਕਰਦੇ ਆ ਤੇ ਉਹ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੋ ਗਿਆ। ਤੁਸੀਂ ਉਸ ਆਪ ਇੰਡਸਟਰੀ 'ਚੋਂ ਤੁਸੀਂ ਮਹਿਸੂਸ ਕਰਦੇ ਹੋਗੇ। ਸੋ ਇਹ ਸਾਰੀਆਂ ਚੀਜ਼ਾਂ ਦੇ ਚੈੱਕ ਐਂਡ ਬੈਲੈਂਸ ਤੇ ਸਰਕਾਰਾਂ ਨੇ ਰੱਖਣੇ ਹੁੰਦੇ ਆ, ਤੇ ਸਰਕਾਰਾਂ ਮੈਨੂੰ ਲੱਗਦਾ ਪੂਰੀ ਤੌਰ ਤੇ ਹੱਥ ਖੜੇ ਕਰਕੀਆਂ ਕਾਰਪੋਰੇਟ ਦੇ ਅੱਗੇ ਵੇਸ਼ੀ ਗਈਆਂ ਨੇ ਵੀ ਨਹੀਂ, ਜੋ ਤੁਸੀਂ ਕਰਨਾ ਤੁਸੀਂ ਕਰ ਲਓ। ਮੈਨੂੰ ਲੱਗਦਾ ਕਿ ਜਿਹੜੀਆਂ ਵੋਟਾਂ ਵਾਲੀ ਐਕਸਰਸਾਈਜ਼ ਆਪਾਂ ਕਰਦੇ ਆ, ਉਹਦੀ ਕੋਈ ਬਹੁਤੀ ਅਹਿਮੀਅਤ ਰਹਿ ਨਹੀਂ ਗਈ ਹੁਣ ਕਿ ਸਰਕਾਰ ਚੁਣੋ ਤੇ ਸਾਡੇ ਲਈ ਕੁਝ ਕੰਮ ਹੋਊਗਾ। ਹੁਣ ਤੇ ਕਾਰਪੋਰੇਟ ਨੇ ਹੀ ਸਾਰਾ ਕੁਝ ਕਰਨਾ। ਮੈਨੂੰ ਲੱਗਦਾ ਵੀ ਆਪਾਂ ਵੋਟਾਂ ਵੀ ਜਿਹੜੀਆਂ ਵਾ ਉਹਨਾਂ ਨੂੰ ਪਾ ਦਿਆ ਕਰੀਏ ਵੱਡੇ ਵੱਡੇ ਕਾਰਪੋਰੇਟ ਨੂੰ। ਜਿਹੜੇ ਇਹ ਸਿਸਟਮ ਹੈ ਪੋਲੀਟੀਕਲ, ਇਹਦਾ ਵੀ ਕੋਈ ਸਾਨੂੰ ਲਾਭ ਨਹੀਂ ਆ। ਹਰਜੀਤ ਜੀ, ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਸਰਕਾਰਾਂ ਕਾਰਪੋਰੇਟ ਇੰਟਰਸਟ ਨੂੰ ਪਹਿਲ ਦਿੰਦੀਆਂ। ਤੁਸੀਂ ਦੇਖੋ ਕਹਿ ਦਿੰਦੇ ਆ ਕਿ ਰੇਟ ਆਫ ਇੰਟਰਸਟ ਟੂਲ ਆ ਹੁਣ ਇਨਫਲੇਸ਼ਨ ਘਟਾਉਣ ਦਾ, ਔਰ ਸਮੁੱਚੀ ਦੁਨੀਆ 'ਚ ਜਿੰਨੇ ਵੀ ਕੈਪੀਟਲਿਸਟ ਇੰਡਸਟਰੀਅਲਾਈਜ਼ਡ ਕੰਟਰੀ ਆ ਉਹ ਕਹਿੰਦੇ ਆ ਕਿ ਇਹ ਜੀ ਇਨਫਲੇਸ਼ਨ ਤਾਂ ਕਾਬੂ ਆਉਣੀ ਆ ਜੇ ਇੰਟਰਸਟ ਰੇਟ ਵਧਾਈਏ, ਔਰ ਇੰਟਰਸਟ ਰੇਟ ਵਧਾਉਣ ਦੀ ਮਾਰ ਕਿਤੇ ਪੈਣੀ, ਉਹ ਵੀ ਵਰਕਿੰਗ ਕਲਾਸ ਤੇ ਪੈਣੀ। 170% ਤੇ ਡੈਟ ਵਾ ਲੋਕਾਂ ਸਿਰ ਆਪਣੀ ਆਮਦਨ ਤੋਂ ਨਾਲੋਂ, ਤੇ ਜੇ ਥੋੜਾ ਜਿਹਾ ਵੀ ਇੰਟਰਸਟ ਰੇਟ ਵੱਧਦਾ ਤੇ ਉਹ ਡਾਇਰੈਕਟ ਹਿੱਟ ਹੋਏਗਾ ਲੋਕਾਂ ਤੇ, ਲੋਕਾਂ ਦੀ ਕਾਸਟ ਆਫ ਲਿਵਿੰਗ ਵਧੇਗੀ। ਔਰ ਵੇਜਸ, ਜਿੱਦਾਂ ਆਪਾਂ ਗੱਲ ਕੀਤੀ, ਵੇਜਸ ਤੇ ਫਿਰ ਨਹੀਂ ਵੱਧ ਰਹੀਆਂ। ਔਰ ਸਭ ਤੋਂ ਵੱਡੀ ਜਿਹੜੀ ਚਿੰਤਾ ਦੀ ਗੱਲ ਇਹ ਆ ਕਿ ਸਰਕਾਰਾਂ ਹਰ ਚੀਜ਼ 'ਚੋਂ ਹੱਥ ਪਿਛਾਂਹ ਖਿੱਚ ਰਹੀਆਂ। ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਹੈਲਥ ਤੇ ਐਜੂਕੇਸ਼ਨ ਦੀ ਗੱਲ ਕੀਤੀ, ਤੁਸੀਂ ਦੇਖੋ ਹੌਲੀ ਹੌਲੀ ਪ੍ਰਾਈਵੇਟ ਕਾਰਪੋਰੇਟਸ ਸਾਡੇ ਐਜੂਕੇਸ਼ਨ ਹੈਲਥ 'ਚ ਕਿੰਨੀ ਤੇਜ਼ੀ ਨਾਲ ਆ ਰਹੇ। ਲੋਕਾਂ ਕੋਲ ਹੈਲਥ ਸਰਵਿਸਿਜ਼, ਐਜੂਕੇਸ਼ਨ ਜਿਹੜੀ ਆ ਉਹ ਐਜੂਕੇਸ਼ਨ, ਪੋਸਟ ਸੈਕੰਡਰੀ ਐਜੂਕੇਸ਼ਨ ਤੇ ਪਹਿਲਾਂ ਹੀ ਜੇ ਕੋਈ ਅਮੀਰ ਆ ਜਾਂ ਜਿਹਦੇ ਕੋਲ ਪੈਸੇ ਚਾਰ ਕਿਤੋਂ ਹੈਗੇ ਆ ਉਹ ਪੜ੍ਹਾ ਸਕਦਾ। ਦੂਸਰਾ ਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਇੱਕ ਹਿਸਾਬ ਦਾ ਇਹ ਵਿਸ਼ਵਾਸ ਹੀ ਗਵਾ ਲੈਂਦਾ ਕਿ ਮੈਂ ਪੜ੍ਹਾ ਸਕਦਾ। ਤੋ ਚੱਕਰ ਇਹ ਆ ਕਿ ਜੇ ਸਾਡੇ ਹੈਲਥ, ਐਜੂਕੇਸ਼ਨ, ਸਾਡੀਆਂ ਹੋਰ ਜ਼ਰੂਰੀ ਸੇਵਾਵਾਂ 'ਚ ਵੀ ਕਾਰਪੋਰੇਟ ਕੰਟਰੋਲ ਹੋ ਜਾਂਦਾ ਤੋ ਸਾਡੀ ਪਹੁੰਚ ਤੋਂ ਇਹ ਚੀਜ਼ਾਂ ਬਾਹਰ ਹੋ ਜਾਣੀਆਂ। ਇੱਦਾਂ ਹੀ ਸਾਡੀਆਂ ਫੂਡ ਗ੍ਰੇਨਸ ਆ, ਐਗਰੀਕਲਚਰ ਆ। ਜੇ ਤੁਸੀਂ ਡੇਟਾ ਦੇਖੋ ਕੈਨੇਡਾ US ਦਾ, ਤੇ ਵੱਡੀ ਗਿਣਤੀ 'ਚ
ਜਿਹੜੀ ਲੈਂਡ ਵਾ ਐਗਰੀਕਲਚਰ ਲੈਂਡ ਉਹ ਵੀ ਬਿਗ ਕਾਰਪੋਰੇਸ਼ਨਸ ਦੇ ਕਬਜ਼ੇ 'ਚ ਆ। ਅਸੀਂ ਦੇਖਿਆ ਹੋਣਾ ਵੀਟ ਬੋਰਡ ਹੁੰਦਾ ਸੀ ਕੈਨੇਡਾ 'ਚ, ਜਿਹਨੂੰ ਸਟੀਫਨ ਹਾਰਪਰ ਦੀ ਗਵਰਨਮੈਂਟ ਨੇ ਵੇਚਤਾ ਸੀ ਔਰ ਸਾਊਦੀ ਅਰਬ ਦੀ ਫਰਮ ਨੇ ਉਹਨੂੰ ਖਰੀਦ ਲਿਆ। ਤੋ ਵੀਟ ਬੋਰਡ ਦਾ ਕੰਮ ਸੀ ਕਿਸਾਨਾਂ ਤੋਂ ਇੱਕ ਗਰੰਟੀ ਤੇ ਉਹ ਵੀਟ ਦੀ ਜਿਹੜੀ ਆ ਖਰੀਦਦਾਰੀ ਕਰਦੀ ਸੀ, ਉਹ ਵੀ ਖਤਮ ਹੋ ਗਿਆ। ਤੋ ਜਦੋਂ ਸਮੁੱਚਾ ਢਾਂਚਾ ਉਹਨਾਂ ਨੂੰ ਫੜਾ ਦੇਣਾ ਵਾ ਤੇ ਫਿਰ ਉਹਦੀ ਕੀਮਤ ਲੋਕਾਂ ਨੇ ਤਾਰਨੀ ਦੋ ਤਰੀਕਿਆਂ ਨਾਲ। ਨੰਬਰ 1 ਆਸਟੈਰਿਟੀ ਪਾਲਿਸੀ 'ਚ ਕਾਰਪੋਰੇਟ ਟੈਕਸ ਵੱਧ ਨਹੀਂ ਰਹੇ, ਕਾਰਪੋਰੇਟ ਟੈਕਸ ਲੋਐਸਟ ਆ, ਰੈਵਨਿਊ ਗਵਰਨਮੈਂਟ ਨੂੰ ਹੈ ਨਹੀਂ। ਤੋ ਗਵਰਨਮੈਂਟ ਕੀ ਕਰ ਰਹੀ, ਉਹਨਾਂ ਦੇ ਟੈਕਸ ਵਧਾ ਰਹੀ, ਸਾਰਾ ਬੋਝ ਸਾਡੇ ਤੇ ਪਾ ਰਹੀ, ਵੇਜ ਸਾਡੀਆਂ ਵੱਧ ਨਹੀਂ ਰਹੀਆਂ, ਮਹਿੰਗਾਈ ਨੇ ਸਾਡਾ ਤਾਸ-ਨਸ ਕੀਤਾ। ਤੋ ਇਹਦਾ ਹੱਲ ਇਹ ਆ ਕਿ ਇਦਾਂ ਦੀਆਂ ਪਾਲਿਸੀਜ਼ ਜਾਂ ਇਦਾਂ ਦੀ ਪੋਲੀਟੀਕਲ ਵਿਚਾਰਧਾਰਾ ਜਾਂ ਇਸ ਤਰ੍ਹਾਂ ਦੀਆਂ ਪਾਰਟੀਆਂ ਨੂੰ ਲੋਕ ਜਿਹੜਾ ਕੰਸੀਡਰ ਕਰਨ, ਜਿਨ੍ਹਾਂ ਦੀਆਂ ਪਾਲਿਸੀਜ਼ ਜਿਹਦੇ 'ਚ ਮਿਨੀਮਮ ਵੇਜ ਨੂੰ ਵਧਾਉਣਾ, ਇਨਫਲੇਸ਼ਨ ਨੂੰ ਕੰਟਰੋਲ ਕਰਨਾ। ਜਿੱਦਾਂ ਹਾਊਸਿੰਗ ਆ, ਹਾਊਸਿੰਗ ਕੋਈ ਕਮੋਡਿਟੀ ਥੋੜਾ, ਹਾਊਸਿੰਗ ਤੇ ਰਾਈਟ ਵਾ। ਤੁਸੀਂ ਦੇਖੋ ਰੀਅਲ ਸਟੇਟ ਟਰਸਟ ਜਿਹੜੇ ਆ 5 ਗੁਣਾ, ਜੇ 100 ਘਰ 10 ਘਰ ਆ ਤੇ 5 ਘਰ ਰੀਅਲ ਸਟੇਟ ਇਨਵੈਸਟਮੈਂਟ ਜਿਹੜੀਆਂ ਉਹਨਾਂ ਦੇ ਕਬਜ਼ੇ 'ਚ ਆ। ਜਰਮਨੀ 'ਚ ਉਹਨਾਂ ਨੇ ਪਿੱਛੇ ਜੇ ਸਰਕਾਰ ਨੇ 2.5 ਲੱਖ ਯੂਨਿਟ ਨੈਸ਼ਨਲਾਈਜ਼ ਕਰਤਾ। ਸਾਡੇ ਇਹ ਮੰਨਣ 'ਚ ਆ ਰਿਹਾ ਕਿ ਗਲੀਆਂ ਦੀਆਂ ਗਲੀਆਂ ਪ੍ਰਾਈਵੇਟ ਕੰਪਨੀਜ਼ ਨੇ ਹਾਊਸਿੰਗ ਖਰੀਦੀ ਹੋਈ। ਤੋ ਇਹ ਜਿਹੜਾ ਸਮੁੱਚਾ ਤਾਣਾ ਬਾਣਾ ਵਾ ਪ੍ਰੋਫਿਟ ਦਾ, ਫਲਕਚੁਏਸ਼ਨ ਦਾ, ਸਾਡੀਆਂ ਸਰਵਿਸਿਜ਼ ਅੱਜ ਦਾ ਹਾਊਸਿੰਗ, ਸੋਸ਼ਲ ਹਾਊਸਿੰਗ ਬਾਰੇ ਸਰਕਾਰ ਦਾ ਕੋਈ ਇਸ ਵੇਲੇ ਪ੍ਰੋਗਰਾਮ ਨਹੀਂ। 2 ਲੱਖ ਸੋਸ਼ਲ ਹਾਊਸਿੰਗ ਦੀ ਸਖਤ ਜ਼ਰੂਰਤ ਆ। ਤੋ ਇਹ ਗੱਲ ਨੂੰ ਕਰਦਿਆਂ ਇਹ ਆ ਕਿ ਸਾਨੂੰ ਇਦਾਂ ਦੀਆਂ ਪਾਲਿਸੀਜ਼ ਜਿਹੜੀਆਂ ਲੋਕਾਂ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਕਰਨਗੀਆਂ, ਲੋਕਾਂ ਨੂੰ ਤਾਂ ਰਾਹਤ ਮਿਲਣੀ। ਨਹੀਂ ਤੇ ਬਾਕੀ ਮਸਲਿਆਂ 'ਚ ਤੁਸੀਂ ਅਸੀਂ ਦੇਖਿਆ ਕਿ ਕਾਰਪੋਰੇਟਸ ਦੀਆਂ ਆਮਦਨ ਜਿਹੜੀ ਕਿੰਨੀ ਵੱਧ ਰਹੀ ਔਰ ਲਗਾਤਾਰ ਵੱਧਦੀ ਰਹਿਣੀ, ਪਾੜਾ ਨਵੇਂ ਹੋਰ ਅੱਗੇ ਜਾ ਕੇ ਵਧੂਗਾ। ਅੱਛਾ, ਪਹਿਲਾਂ ਤਾਂ ਹੁੰਦਲ ਸਾਹਿਬ ਇਹੀ ਹੁੰਦਾ ਸੀਗਾ ਕਿ ਜਿਹੜੀਆਂ ਚੀਜ਼ਾਂ ਤੇ ਕੁਝ ਅਸੀਂ ਕਹਿ ਦਿੰਦੇ ਸੀ ਕਿ ਗਵਰਨਮੈਂਟ ਬਹੁਤਾ ਕੰਟਰੋਲ ਨਹੀਂ ਕਰ ਸਕਦੀ, ਜਿਵੇਂ ਆਇਲ ਦੀਆਂ ਪ੍ਰਾਈਸਿਸ ਨੇ, ਜਾਂ ਕਈ ਵਾਰ ਆਪਾਂ ਨੂੰ ਇਦਾਂ ਵੀ ਲੱਗਦਾ ਸੀ ਕਿ ਜਿਹੜੀ ਆਟੋਮੋਬਾਈਲ ਇੰਡਸਟਰੀ ਆ ਉਹ ਕਿਉਂਕਿ ਸਾਰੀ ਦੀ ਸਾਰੀ ਬਾਹਰ ਦੀ ਆ, ਸਾਡਾ ਆਪਣਾ ਪ੍ਰੋਡਿਊਸ ਕੋਈ ਨਹੀਂ ਆ, ਇਸ ਕਰਕੇ ਸਾਡਾ ਬਹੁਤਾ ਕੰਟਰੋਲ ਨਹੀਂ ਆ, ਉਹਨਾਂ ਤੇ ਗਵਰਨਮੈਂਟ ਦਾ ਵੀ ਕੰਟਰੋਲ ਨਹੀਂ ਆ। ਪਰ ਹੁਣ ਤੇ ਇਦਾਂ ਲੱਗਦਾ ਹੈ ਕਿ ਜਿੱਦਾਂ ਬਿਲਕੁਲ ਹੀ ਜਿਹੜੀ ਹਿਊਮਨ ਬੀਇੰਗ ਦੀ ਨੈਸੈਸਿਟੀ ਆ, ਜਿਹੜਾ ਫੂਡ ਪ੍ਰੋਡਕਟ ਨੇ, ਜਿਸ ਤਰੀਕੇ ਦਾ ਤੁਸੀਂ ਕਹਿ ਰਹੇ ਹੋ ਕਿ ਹਾਊਸਿੰਗ ਜਿਹੜਾ ਰਾਈਟ ਆ ਤੇ ਜਿੰਦਾ ਰਹਿਣ ਦਾ ਰਾਈਟ ਤੇ ਵੀ ਹੈ, ਸਾਨੂੰ ਫੂਡ ਪ੍ਰੋਪਰ ਮਿਲੇ। ਤੇ ਜਦੋਂ ਆਪਾਂ ਵੇਖਦੇ ਆ ਦੁਨੀਆ ਦੇ ਵਿੱਚ ਹੈਪੀਨੈਸ ਇੰਡੈਕਸ ਆਉਂਦੇ ਆ, ਉਹਦੇ ਵਿੱਚ ਦੁਨੀਆ ਦੇ ਮੁਲਕਾਂ ਦੀ ਗੱਲ ਕੀਤੀ ਜਾਂਦੀ ਆ ਕਿ ਲੋਕ ਹੈਪੀ ਕਿਹੜੀ ਗੱਲ ਤੋਂ ਹੁੰਦੇ ਆ, ਤੇ ਉਹਦੇ ਵਿੱਚ ਜਿਹੜੀ ਬੇਸਿਕ ਨੈਸੈਸਿਟੀ ਆ ਉਹ ਤੇ ਜਿਹਨੂੰ ਅਸੀਂ ਪੰਜਾਬੀ 'ਚ ਰੋਟੀ ਕੱਪੜਾ ਤੇ ਮਕਾਨ ਕਹਿੰਦੇ ਆ, ਇਹ ਤੋਂ ਤੇ ਕਿਤੇ ਵੀ ਨਹੀਂ ਭੱਜਿਆ ਜਾ ਸਕਦਾ। ਤੇ ਕਹਿਣ ਨੂੰ ਅਸੀਂ ਬੜੇ ਗਿਣਤੀ 'ਚ ਆ ਜਾਂਦੇ ਆ G20 G9 ਵੱਡੇ ਮੁਲਕਾਂ 'ਚ ਕਿ ਅਮੀਰ ਮੁਲਕ ਨੇ, ਤੇ ਜਦੋਂ ਅਸੀਂ ਘਰਾਂ ਤੋਂ ਬਾਹਰ ਆਪਣੇ ਕੰਮਾਂ ਤੇ ਨਿਕਲਦੇ ਆ ਤੇ ਹਰ ਚੌਂਕ ਦੇ ਵਿੱਚ ਸਾਨੂੰ 2 ਹਰ ਪਾਸੇ ਇੱਕ ਬੰਦਾ ਖੜਾ ਦਿਖਦਾ ਜਿਹੜਾ ਟਿਮ ਹੋਟਨ ਦਾ ਕੱਪ ਲੈ ਕੇ ਤੇ ਉਹ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਹੈਲਪਲੈਸ ਹੈ, ਮੇਰੀ ਹੈਲਪ ਕਰੋ। ਯਾਨੀ ਕਿ ਜਿਹੜੇ ਭਿਖਾਰੀ ਕਲਾਸ ਇੱਕ ਅਸੀਂ ਪੈਦਾ ਕਰੀ ਜਾ ਰਹੇ ਹਾਂ ਇਹਨਾਂ ਮੁਲਕਾਂ 'ਚ। ਅਗਰ ਇਹ ਹਾਲ ਹੈ ਤੇ ਫਿਰ ਕੀ ਬਣੇਗਾ ਕੀ ਸਾਡਾ? ਹਰਜੀਤ ਜੀ, ਤੁਸੀਂ ਗੈਸ ਦੀ ਗੱਲ ਕੀਤੀ। ਕੈਨੇਡਾ 'ਚ ਪੈਟਰੋ ਕੈਨੇਡਾ ਪਹਿਲਾਂ ਫੈਡਰਲ ਗਵਰਨਮੈਂਟ ਓਨ ਕਰਦੀ ਸੀ ਪੈਟਰੋ ਕੈਨੇਡਾ ਨੂੰ। ਤੁਸੀਂ ਦੇਖਿਆ ਹੋਣਾ LCBO ਤੋਂ $2.5 ਬਿਲੀਅਨ ਪ੍ਰੋਵਿੰਸ ਨੂੰ ਇਨਕਮ ਸੀ ਔਰ ਰੁਜ਼ਗਾਰ ਦਿੱਤਾ ਸੀ। ਜਦੋਂ ਵੇਚਿਆ ਉਹ ਇਨਕਮ ਵੀ ਜਾਂਦੀ ਰਹੀ। ਫਿਰ ਅਸੀਂ ਦੇਖਿਆ ਕਿ ਜਿੱਦਾਂ ਹਾਈਡਰੋ 1 ਇੱਥੇ ਪ੍ਰਾਈਵੇਟ ਕੀਤਾ ਤਾਂ ਗਵਰਨਮੈਂਟ ਨੂੰ ਹਾਈਡਰੋ 1 ਤੋਂ $2 ਬਿਲੀਅਨ ਇਨਕਮ ਆਉਂਦੀ ਸੀ ਤੇ ਉਹ ਵੇਚਿਆ ਕਿੰਨਾ, ਉਹ ਜਿੰਨੀ 4-5 ਸਾਲਾਂ ਦੀ ਇਨਕਮ ਸੀ ਉੱਤੇ ਵੇਚਤਾ। ਤੋ ਜ਼ਰੂਰਤ ਇਹ ਆ ਕਿ ਜਿੱਦਾਂ ਸਾਡਾ ਐਨਰਜੀ ਰਿਸੋਰਸਿਸ ਆ ਗਵਰਨਮੈਂਟ ਨੂੰ ਆਪਣੇ ਕੰਟਰੋਲ 'ਚ ਰੱਖਣੇ ਚਾਹੀਦੇ, ਜਿੰਨੇ ਵੀ ਐਨਰਜੀ ਰਿਸੋਰਸਿਸ ਆ, ਔਰ ਕੋਸ਼ਿਸ਼ ਕਰਨੀ ਚਾਹੀਦੀ ਸਸਟੇਨੇਬਲ ਐਨਵਾਇਰਨਮੈਂਟਲ ਫਰੈਂਡਲੀ ਜਿਹੜੇ ਰਿਸੋਰਸਿਸ ਆ ਉਹਨਾਂ ਵੱਲ ਧਿਆਨ ਦੇਣ ਦੀ। ਔਰ ਦੂਸਰਾ, ਜਿੰਨਾ ਵੀ ਅਸੀਂ ਦੇਖਦੇ ਆ ਸਾਡੀਆਂ ਸਰਵਿਸਿਜ਼ ਆ, ਫੂਡ ਆ, ਇਹਦੇ 'ਚ ਜੇ ਗਵਰਨਮੈਂਟ ਦਾ ਦਖਲ ਨਹੀਂ ਹੈਗਾ ਔਰ ਉਹਦੇ ਨਾਲ ਹਾਊਸਿੰਗ 'ਚ ਜੇ ਇਹਨੂੰ ਇਸ ਤਰ੍ਹਾਂ ਹੀ ਜਿਹੜੇ ਵੱਡੇ ਕਾਰਪੋਰੇਟ ਹਾਊਸਿਸ ਆ ਜਾਂ ਇਨਵੈਸਟਰਸ ਆ ਬਿਗ ਜਿਹੜੇ ਜਿਨ੍ਹਾਂ ਨੇ ਬਹੁਤ ਇਹਦੇ 'ਚ ਕੀਤਾ ਹੋਇਆ, ਤਾਂ ਉਹਦੇ ਨਾਲ ਫਿਰ ਲੋਕਾਂ ਤੋਂ ਸਹੂਲਤਾਂ ਜਿਹੜੀਆਂ ਖੁੱਸਦੀਆਂ ਜਾਂਦੀਆਂ। ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਹੁੰਦਲ ਸਾਹਿਬ, ਸਮਾਂ ਆਪਣੇ ਕੋਲ ਥੋੜਾ ਵਾ, ਮੈਂ ਇੱਕ ਕੁਐਸਚਨ ਤੁਹਾਨੂੰ ਪੁੱਛਣਾ ਆ ਕਿ ਸਭ ਤੋਂ ਜ਼ਿਆਦਾ ਬੰਦੇ ਦੀ ਬੇਸਿਕ ਨੀਡ ਹੈਗੀ ਆ ਫੂਡ,
ਵੀ ਉਹਦਾ ਪੇਟ ਭਰ ਰਵੇ ਤੇ ਉਹ ਸੌਂ ਜਾਏ ਆਰਾਮ ਨਾਲ ਆਪਣੇ ਕੰਮਕਾਰ ਤੋਂ ਬਾਅਦ ਆ ਕੇ ਆਰਾਮ ਕਰ ਲਵੇ। ਉਹਦੇ ਲਈ ਘਰ ਚਾਹੀਦਾ। ਚਲੋ ਘਰ ਇੱਕ ਹੋਰ ਗੱਲ ਹੈ ਕਿ ਜੇ ਸਰਕਾਰ ਕੋਈ ਅਫੋਰਡੇਬਲ ਹਾਊਸਿਸ ਦੀ ਸਕੀਮ ਕਰੇ ਜਾਂ ਕੋਈ ਬੰਦਾ ਨਹੀਂ ਵੱਡਾ ਘਰ ਅਫੋਰਡ ਕਰ ਸਕਦਾ, ਕੰਡੋ ਲੈ ਲੂ, ਕੰਡੋ ਤੋਂ ਵੀ ਗਾਂ ਚੱਲ ਜੂ, ਕਿਸ ਤਰੀਕੇ ਨਾਲ ਕਰ ਲੇਗਾ। ਪਰ ਜਿਹੜਾ ਫੂਡ ਹੈ ਉਹ ਤੇ ਨਹੀਂ ਨਾ ਟਾਲਿਆ ਜਾ ਸਕਦਾ। ਉਹ ਤੇ ਜਿਹੜੀ ਪੇਟ ਦੀ ਅੱਗ ਹੈ ਉਹਨੂੰ ਬੁਝਾਉਣਾ ਹੀ ਪੈਣਾ 2-3 ਟਾਈਮ ਬੰਦੇ ਨੂੰ। ਤੇ ਜਿਹੜਾ ਪ੍ਰੋਡਿਊਸ ਦੇ ਉੱਤੇ ਕੰਟਰੋਲ ਹੋ ਰਿਹਾ ਸਹਿਜੇ ਜਿਹੜਾ ਕਾਰਪੋਰੇਟ ਦਾ ਕਿਹਾ ਜਾਂਦਾ ਹੈ ਕਿ 2/3 ਜਿਹੜਾ ਲੈਂਡ ਪ੍ਰੋਪਰਟੀ ਅਮਰੀਕਾ ਦੀ ਆ ਉਹ ਮਾਈਕਰੋਸਾਫਟ ਵਾਲਿਆਂ ਦੇ ਮਾਲਕ ਕੋਲ ਚਲ ਗਈ ਸਾਰੀ ਦੀ ਸਾਰੀ। ਤੇ ਵੇਖੋ ਕੰਪਨੀਆਂ IT ਸੈਕਟਰ ਦੀਆਂ ਨੇ ਤੇ ਉਹ ਜਿਹੜਾ ਫੂਡ ਦਾ ਜਿਹੜਾ ਜੋ ਹੈਗਾ ਪ੍ਰੋਡਿਊਸ ਉਹ 'ਤੇ ਕੰਟਰੋਲ ਕਰ ਰਹੀਆਂ ਨੇ ਆਉਣ ਵਾਲੇ ਸਮੇਂ ਦੀ। ਇਹੋ ਦੌੜ ਦੁਨੀਆ ਭਰ 'ਚ ਲੱਗ ਗਈ ਆ। ਤੇ ਜੇ ਇਦਾਂ ਹੀ ਚੱਲਦਾ ਰਿਹਾ ਕਿ ਸਾਡਾ ਫੂਡ ਵੀ ਉਹਨਾਂ ਦੇ ਹੱਥ 'ਚ ਪੂਰਾ ਦਾ ਪੂਰਾ ਚੱਲ ਗਿਆ। ਪਹਿਲਾਂ ਤਾਂ ਸਰਕਾਰਾਂ ਕਰਦੀਆਂ ਹਾਈਵੇ ਬਣਾਏ, ਹਾਈਵੇ ਵੇਚਤਾ, LCBO ਵੇਚਤਾ, ਹਾਈਡਰੋ ਵੇਚਤੀ। ਠੀਕ ਆ, ਵਿਅਕਤੀ ਸਮਝਦਾ ਵੀ ਚਲੋ ਸਰਕਾਰ ਕੋਲ ਉਹਦੀ ਸ਼ਾਇਦ ਨਹੀਂ ਚਲਾਉਣ ਦੀ ਸਮਰੱਥਾ ਤੇ ਉਹਨਾਂ ਨੂੰ ਲੱਗਦਾ ਕਿ ਇਦਾਂ ਕਰਕੇ ਅਸੀਂ ਬਿਹਤਰ ਸਰਵਿਸਿਜ਼ ਲੈ ਸਕਾਂਗੇ। ਪਰ ਜੇ ਫੂਡ ਦੇ ਉੱਤੇ ਹੀ ਸਾਰਾ ਕੁਝ ਹੱਥ ਚੁੱਕ ਲਿਆ ਸਰਕਾਰ ਨੇ ਤੇ ਫਿਰ ਲੋਕ ਕੀ ਭੁੱਖੇ ਨਹੀਂ ਮਰਨਗੇ? ਇਹ ਤਰਾਸਦੀ ਦਾ ਸਾਹਮਣਾ ਨਹੀਂ ਕਰਾਂਗੇ ਆਪਾਂ? ਹਰਜੀਤ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਆ, ਜੇ ਮੈਂ ਸੋਚਦਾ ਇਹਦੇ ਤੇ ਵੀ ਗੱਲਬਾਤ ਆਪਾਂ ਕਰਾਂਗੇ। ਕਿੰਨੇ ਸਪੀਸੀਜ਼ ਖਤਮ ਹੋ ਰਹੇ ਆ, ਫੂਡ ਗ੍ਰੇਨਸ ਲਈ ਬੜਾ ਕ੍ਰਾਈਸਿਸ ਆ ਜਾਣਾ ਆਉਣ ਵਾਲੇ ਸਮੇਂ 'ਚ, ਔਰ ਸਾਡੀ ਜਿੰਨੀ ਫੂਡ ਗ੍ਰੇਨਸ ਆ ਉਹਨੇ ਵੀ ਇੰਪੈਕਟ ਹੋਣਾ। ਔਰ ਦੂਸਰੀ ਗੱਲ ਇਹ ਆ ਕਿ ਜਿਹੜਾ ਇਹਨਾਂ ਕੰਟਰੋਲ ਵਾ ਕਾਰਪੋਰੇਸ਼ਨਸ ਦਾ ਸਾਡੀ ਫੂਡ ਗ੍ਰੇਨਸ ਤੇ, ਔਰ ਹੈਲਦੀ ਫੂਡ ਗ੍ਰੇਨਸ ਨਹੀਂ ਗੀਆਂ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਜਿਹੜੇ ਇਹਨਾਂ ਦੇ ਸੀਡਸ ਵਾ ਜਾਂ ਜਿਹੜੀ ਰਿਸਰਚ ਕਰਦੇ ਉਹ ਹੈਲਥ ਨੂੰ ਧਿਆਨ 'ਚ ਰੱਖ ਕੇ ਨਹੀਂ, ਪ੍ਰੋਫਿਟ ਨੂੰ ਧਿਆਨ 'ਚ ਰੱਖ ਕੇ, ਮਾਰਕੀਟ ਨੂੰ ਧਿਆਨ 'ਚ ਰੱਖ ਕੇ ਸਾਰੀ ਰਿਸਰਚ ਹੋ ਰਹੀ ਆ। ਇਹਦੇ 'ਚੋਂ ਮਨੁੱਖ ਦੀ ਹੈਲਥ ਉਹ ਗੈਰ ਹਾਜ਼ਰ ਆ। ਤੋ ਇਹ ਚੀਜ਼ ਆ ਕਿ ਗੌਰਮੈਂਟਸ ਨੂੰ ਰੈਗੂਲੇਟ ਕਰਨ ਦੀ ਲੋੜ ਆ। ਔਰ ਆਉਣ ਵਾਲੇ ਸਮੇਂ 'ਚ ਜਿਹੜਾ এনवायरमेंट ਦਾ ਇੰਪੈਕਟ ਪੈਣਾ, ਅਸੀਂ ਦੇਖਿਆ ਕਿ ਬੀਜ਼ ਜਿਹੜੀਆਂ ਮੱਖੀਆਂ ਉਹਨਾਂ ਦੀ ਗਿਣਤੀ ਕਿੰਨੀ ਤੇਜ਼ੀ ਨਾਲ ਘਟੀ ਆ। ਉਹਦੇ ਕਰਕੇ ਆਉਣ ਵਾਲੇ ਸਮੇਂ 'ਚ ਹੋਰ ਚਿੰਤਾਵਾਂ ਵੀ ਹੈਗੀਆਂ। ਤੋ ਤੁਹਾਡੀ ਗੱਲ ਬਿਲਕੁਲ ਸਹੀ ਆ। ਜਿੰਨੀ ਦੇਰ ਨੈਸੈਸਿਟੀਜ਼ ਉਹ ਫੂਡਸ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਜੇ ਸਰਕਾਰ ਕੰਟਰੋਲ ਨਹੀਂ ਕਰਦੀ, ਰੈਗੂਲੇਟ ਨਹੀਂ ਕਰਦੀ, ਇਹਨਾਂ ਦੇ ਪ੍ਰਾਈਸ ਨਹੀਂ ਕੰਟਰੋਲ ਕਰਦੀ ਔਰ ਵੇਜਸ ਨਹੀਂ ਵੱਧਦੀਆਂ, ਜੇ ਕੋਈ ਚੀਜ਼ ਦੀ ਪ੍ਰਾਈਸ ਵੱਧਦੀ ਆ ਤੇ ਨਾਲ ਲੋਕਾਂ ਦੀ ਖਰੀਦ ਸ਼ਕਤੀ ਵੀ ਵਧਣੀ ਚਾਹੀਦੀ ਨਾ। ਖਰੀਦ ਸ਼ਕਤੀ ਡਿਪਲੀਟ ਹੋ ਰਹੀ, ਤੋ ਇਹ ਜਿਹੜੀ ਕੀਮਤਾਂ ਦਾ ਵਾਧਾ ਇਹਨੇ ਲੋਕਾਂ ਨੂੰ ਇਹ ਇੰਪੈਕਟ ਕਰਨਾ ਕਿ ਖਰੀਦ ਸ਼ਕਤੀ ਨਹੀਂ ਵੱਧ ਰਹੀ। ਦੂਸਰਾ, ਲੋਕਾਂ ਦੇ ਵਿੱਚ ਇੱਕ ਲੜਨ ਦਾ ਮਾਦਾ, ਕੋਈ ਜੇ ਕਿਸੇ ਤਰ੍ਹਾਂ ਦਾ ਕੋਈ ਸੰਕਟ ਆਉਂਦਾ ਤੇ ਉਹ ਆਪਣੇ ਇਲੈਕਸ਼ਨਾਂ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਰਿਪਰੈਜ਼ੈਂਟ ਕਰਨ ਨੂੰ, ਉਹਨੂੰ ਪ੍ਰਗਟ ਕਰਨ ਨੂੰ, ਇਕੱਠੇ ਹੋ ਕੇ ਇਸ ਚੀਜ਼ ਦੀ ਮੰਗ ਕਰਨ ਨੂੰ, ਇਹ ਇੱਕ ਘਟ ਗਿਆ ਵਾ। ਇਹ ਵੀ ਰੈਜ਼ਿਸਟੈਂਸ ਗਵਰਨਮੈਂਟਸ ਨੂੰ ਦੇਖਦੀਆਂ ਵਾ ਕਿ ਜਿਹੜੀ ਰੈਜ਼ਿਸਟੈਂਸ ਲੋਕਾਂ ਦੀ ਆ ਵੀ ਉਹ ਜੋ ਮਰਜ਼ੀ ਕਰੀ ਜਾਂਦੇ, ਲੋਕ ਬੋਲਦੇ ਨਹੀਂਗੇ, ਲੋਕਾਂ ਨੂੰ ਵੰਡ ਕੇ ਰੱਖਦੇ ਆ। ਔਰ ਇਸ ਤਰ੍ਹਾਂ ਦੀਆਂ ਮੂਵਮੈਂਟਸ ਜਿੱਦਾਂ ਅਸੀਂ ਦੇਖਿਆ ਆਉਂਦੀਆਂ ਕਿ ਜਿਹੜੀਆਂ ਵਰਕਰਸ ਨੂੰ ਇਕੱਠਾ ਰਹਿਣ ਦੀ ਥਾਂ ਰੇਸਿਜ਼ਮ ਦੇ ਨਾਂ ਤੇ ਜਾਂ ਹੋਰਨਾਂ ਤੇ ਵੰਡਦੀਆਂ। ਤੋ ਜਿੰਨਾ ਚਿਰ ਲੋਕ ਇਹਦੇ ਪ੍ਰਤੀ ਆਪਣੇ ਭਾਵ ਪ੍ਰਗਟ ਨਹੀਂ ਕਰਦੇ ਸਾਂਝੇ ਰੂਪ 'ਚ, ਉਨੀ ਦੇਰ ਕਾਰਪੋਰੇਟ ਗਲਬਾ ਜਿਹੜਾ ਇੰਨਾ ਵੱਧ ਰਿਹਾ ਉਹਨੂੰ ਘੱਟ ਕਰਨਾ ਔਖਾ, ਕਿਉਂਕਿ ਸਰਕਾਰਾਂ ਨੂੰ ਪਤਾ ਉੱਧਰ ਉਹਨਾਂ ਦਾ ਦਬਾਅ ਔਰ ਸਰਕਾਰਾਂ ਉਹਨਾਂ ਪੱਖੀ। ਤੋ ਇਹ ਸੰਕਟ ਆ। ਇਹਨੂੰ ਅਸੀਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਦੀ ਮੰਗ ਕਰਕੇ ਜਿਨ੍ਹਾਂ ਦੇ ਵਿੱਚ ਨੈਸੈਸਿਟੀਜ਼ ਦੀ ਫੂਡ ਕੰਟਰੋਲ ਹੋਵੇ, ਪਬਲਿਕ ਸਰਵਿਸਿਜ਼ ਇੰਪਰੂਵ ਕੀਤੀਆਂ ਜਾਣ, ਵੇਜਸ ਵਧਾਈਆਂ ਜਾਣ, ਬੈਨੀਫਿਟਸ ਵਧਾਏ ਜਾਣ, ਲੋਕਾਂ ਦੀ ਸਿਹਤ ਤੇ ਐਜੂਕੇਸ਼ਨ ਦਾ ਧਿਆਨ ਰੱਖਿਆ ਜਾਵੇ, ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਸੌਖੀ ਹੋਊ। ਵਰਨਾ ਆਉਣ ਵਾਲੇ ਸਮੇਂ 'ਚ ਇਹ ਹੋਰ ਮੁਸ਼ਕਲ ਤੋਂ ਮੁਸ਼ਕਲ ਆਮ ਲੋਕਾਂ ਦੀ ਜ਼ਿੰਦਗੀ ਹੋ ਜਾਣੀ। ਜੀ ਹੁੰਦਲ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਵੈਸੇ ਤਾਂ ਗੱਲਾਂ ਇੰਨੀਆਂ ਨੇ ਕਿ ਅਜੀਬ ਲੱਗਦਾ ਹੈ ਕਿ ਜਿਹੜੀ ਇੱਕ ਟ੍ਰੈਂਡ ਸੈੱਟ ਕਰਤਾ ਮਤਲਬ ਕਾਰਪੋਰੇਟ ਨੇ ਕਿ ਤੁਸੀਂ ਆਪਣੇ ਘਰ ਦੀ ਕਿਚਨ ਵੀ ਬੰਦ ਕਰ ਦਿਓ। ਸਾਰਾ ਜੰਕ ਫੂਡ ਘਰਾਂ 'ਚ ਜਾ ਰਿਹਾ ਔਰ ਆਪਣੀ ਕਮਿਊਨਿਟੀ 'ਚ ਤੇ ਜੇ ਹੈ ਕਿ ਆਪਾਂ ਘਰ ਦਾ ਖਾਣਾ ਬਣਾ ਕੇ ਪਸੰਦ ਕਰਦੇ ਹਾਂ। ਵੀਕਐਂਡ ਤੇ ਬੰਦੇ ਆਪ ਵੀ ਆਪਣੇ ਲਈ ਕੁਛ ਨਾ ਕੁਛ ਬਣਾ ਲੈਂਦੇ ਆ, ਨਹੀਂ ਤੇ ਸਾਡੀਆਂ ਲੇਡੀਜ਼ ਨੂੰ ਇਸ ਤਰ੍ਹਾਂ ਦਾ ਕਿਚਨ 'ਚ ਕੁਛ ਨਾ ਕੁਛ ਕਰਦੇ ਰਹਿਣ ਦਾ। ਪਰ ਜਦੋਂ ਅਸੀਂ ਦੂਜੀ ਕਮਿਊਨਿਟੀ ਵੱਲ ਵੇਖਦੇ ਹਾਂ, ਤੁਸੀਂ ਜਾਓ ਤੇ ਘਰਾਂ ਦੇ ਬਾਹਰ ਤੁਹਾਨੂੰ ਜੰਕ ਫੂਡ ਦੇ ਲਿਫਾਫੇ ਪਏ ਮਿਲਦੇ ਅੱਜ ਕੱਲ੍ਹ ਸਾਰੇ ਹੀ। ਤੇ ਜਿੱਥੇ ਤੇ ਕੋਈ ਮਜਬੂਰੀ ਹੈ, ਜਿੱਦਾਂ ਸਟੂਡੈਂਟ ਨੇ, ਉਹਨਾਂ ਨੂੰ ਫਿਰ ਵੀ ਉਹ ਆਪਣੇ ਜਿਹੜੇ ਇੰਡੀਅਨ ਰੈਸਟੋਰੈਂਟ ਨੇ ਉਹਨਾਂ ਦਾ ਖਾਣਾ ਵਗੈਰਾ ਚਲੋ ਖਾਂਦੇ ਵਿਚਾਰੇ। ਪਰ ਜਿਹੜਾ ਜੰਕ ਫੂਡ ਦਾ ਟ੍ਰੈਂਡ ਆ ਰਿਹਾ ਕਿ ਆਪਣੀ ਕਿਚਨ ਬੰਦ ਕਰੋ ਤੇ ਬਣਿਆ ਬਣਾਇਆ ਮੈਕਡੋਨਲਡ ਤੋਂ ਚੁੱਕੋ, ਦੂਜੇ ਤੋਂ ਚੁੱਕੋ, ਇਹ ਵੀ ਇੱਕ ਡੇਂਜਰਸ ਰੁਝਾਨ ਆ। ਇਹ ਲੋਕਾਂ ਦਾ ਟ੍ਰੈਂਡ ਸੈੱਟ ਕਰ ਦਿੰਦੀਆਂ ਨੇ, ਮਤਲਬ ਸਾਰਾ ਕੁਝ ਸਿਸਟਮ।
ਤੇ ਫਿਰ ਉਹ ਚੋਂ ਨਿਕਲਣਾ ਬਹੁਤ ਔਖਾ ਹੁੰਦਾ। ਹਰਜੀਤ ਜੀ ਇੱਕ ਚੀਜ਼ ਮੈਂ ਕੁਇਕ ਇਹਦੇ ਚ ਐਡ ਕਰਦਾ ਕਿ ਤੁਸੀਂ ਇਹ ਦੇਖੋ ਕਿ ਸ਼ਾਰਟਰ ਵਰਕ ਵੀਕ ਜਿਹੜਾ ਵਾ ਉਹ ਵੀ ਇੱਕ ਬੜਾ ਜ਼ਰੂਰੀ ਆ ਕਿ ਬੰਦਾ ਪਰਿਵਾਰ ਨਾਲ ਟਾਈਮ ਬਿਤਾਵੇ, ਆਪਣਾ ਖਾਣਾ ਹੈਲਦੀ ਆਪ ਬਣਾਵੇ। ਮੈਂ ਦੇਖਿਆ ਲੋਕੀ 12-12 14-14 ਘੰਟੇ ਈਵਨ ਸੌਣ ਦਾ ਟਾਈਮ ਵੀ ਹੈ ਨਹੀਂ। ਵੇਖਣ ਚ ਆਇਆ ਕਿ ਲੋਕੀ ਘਰ ਖਾਣਾ ਬਣਾਉਣ ਦੀ ਜਿਹੜੀ ਉਹਨਾਂ ਦੀ ਕਪੈਸਿਟੀ ਟਾਈਮ ਉਹ ਘਟ ਗਿਆ। ਔਰ ਤੁਹਾਡੀ ਬਿਲਕੁਲ ਗੱਲ ਸਹੀ ਆ ਕਿ ਸਾਡੇ ਕੋਲੋਂ ਸਮੁੱਚਾ ਸਾਡਾ ਖਾਣਾ ਖੋਲਿਆ, ਅਸੀਂ ਮਹਿੰਗਾ ਖਾਣਾ ਮਾੜਾ ਖਾਣਾ ਲੈ ਰਹੇ। ਔਰ ਜਿਹੜੀਆਂ ਐਪਸ ਆ ਗਈਆਂ, ਇਹ ਕੁਝ ਕੰਪਨੀਆਂ ਨੇ ਐਪਸ ਆਨ ਕੀਤੀਆਂ, ਆਉਣ ਵਾਲੇ ਸਮੇਂ 'ਚ ਟੋਟਲ ਉਹਨਾਂ ਦਾ ਕੰਟਰੋਲ ਹੋ ਜਾਣਾ ਇਸ ਚੀਜ਼ ਤੇ ਕਿ ਤੁਸੀਂ ਆਰਡਰ ਕਰੋ, ਸਾਡੇ ਰੈਸਟੋਰੈਂਟ ਓਨਸ ਤੋਂ ਆ ਰਿਹਾ, ਤੁਹਾਡੇ ਘਰ ਆਊਗਾ। ਔਰ ਇਹ ਵੀ ਇੱਕ ਬਿਲਕੁਲ ਸਾਡੇ ਖਾਣੇ ਤੇ ਜਿਹੜਾ ਰਹਿੰਦਾ ਖੁੰਦਾ ਉਹ ਵੀ ਕਬਜ਼ਾ ਹੋ ਜਾਣਾ ਆਉਣ ਵਾਲੇ ਸਮੇਂ। ਬਿਲਕੁਲ ਬਿਲਕੁਲ ਹੁੰਦਲ ਸਾਹਿਬ, ਵੇਖਣ ਨੂੰ ਲੱਗਦਾ ਕਿ ਅਸੀਂ ਬੜੀ ਮਾਡਰਨਾਈਜੇਸ਼ਨ ਵੱਧ ਰਹੇ ਹਾਂ ਕਿ ਸਾਨੂੰ ਹੁਣ ਲੋੜ ਹੀ ਨਹੀਂ ਇਹਨਾਂ ਚੀਜ਼ਾਂ ਦੀ, ਸਭ ਕੁਝ ਰੈਡੀਮੇਡ ਹੈ। ਪਰ ਇਹਦਾ ਦੂਜਾ ਪੱਖ ਜਦੋਂ ਅਸੀਂ ਸੋਚਦੇ ਹਾਂ ਗੰਭੀਰਤਾ ਨਾਲ, ਤੇ ਫਿਰ ਪਤਾ ਲੱਗਦਾ ਕਿ ਅਸੀਂ ਵੱਧ ਕਿੱਧਰ ਨੂੰ ਰਹੇ। ਅਸਲ 'ਚ ਆਪਣੀ ਹੈਲਥ ਤੇ ਕੰਪਰੋਮਾਈਜ਼ ਕਰ ਰਹੇ ਹਾਂ, ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰਨ ਤੇ ਕੰਪਰੋਮਾਈਜ਼ ਕਰ ਰਹੇ ਹਾਂ, ਆਪਣੇ ਕੰਮ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ 10-10 12-12 ਘੰਟੇ ਮਜਬੂਰੀਆਂ ਨੇ ਸਾਡੀਆਂ ਕਿ ਜਿੰਨਾ ਕੁਝ ਹੁਣ ਜਿੱਦਾਂ ਰੀਅਲ ਸਟੇਟ ਆ ਜਾਂ ਜੋ ਕੁਝ ਆਲੇ ਦੁਆਲੇ ਆ ਉਹਨੂੰ ਅਸੀਂ ਮੇਨਟੇਨ ਹੀ ਨਹੀਂ ਕਰ ਸਕਦੇ ਜੇ ਦੋ ਸ਼ਿਫਟਾਂ 'ਤੇ ਨਹੀਂ ਜਾਂਦੇ। ਤਾਂ ਕਿਹਾ ਤਾਂ ਇਹ ਜਾ ਰਿਹਾ ਸੀ ਕਿ ਜਿਹੜਾ ਇਹ ਕਾਰਪੋਰੇਟ ਹੈ ਕੋਸ਼ਿਸ਼ ਕਰ ਰਿਹਾ ਕਿ ਸ਼ਿਫਟ ਦਾ ਟਾਈਮ ਘਟਾ ਕੇ 6 ਘੰਟੇ ਕਰਤਾ ਜਾਵੇ, ਮਿਨੀਮਮ ਸੈਲਰੀ ਵਾਲਾ ਕੰਸੈਪਟ। ਆਪਾਂ ਅਗਲੇ ਹਫਤੇ ਕਰਾਂਗੇ ਇਹਨਾਂ ਗੱਲਾਂ ਦੇ ਉੱਤੇ ਵੀ ਗੱਲ, ਇਕੋਨਮੀ ਦੇ ਉੱਤੇ। ਉਲਟਾ ਹੋ ਰਿਹਾ ਕਿ ਵਿਅਕਤੀ ਕੋਲ ਟਾਈਮ ਨਹੀਂ, ਟਾਈਮ ਖਾਣ ਦਾ ਵੀ ਨਹੀਂ, ਤੁਰੇ ਤੁਰੇ ਜਾਂਦਾ, ਗੱਡੀ 'ਚੋਂ ਖਾ ਰਿਹਾ ਔਰ ਅਨਹੈਲਦੀ ਫੂਡ। ਔਰ ਜਿਸ ਤਰੀਕੇ ਨਾਲ ਅਸੀਂ ਖਾਂਦੇ ਹਾਂ ਉਹ ਫਟਾਫਟ ਅੰਦਰ ਸੁੱਟ ਲੈਂਦੇ ਆ ਵੀ 5 ਮਿੰਟਾਂ 'ਚ ਖਾ ਲਈਏ, ਉਹ ਵੀ ਕੋਈ ਜਿਹੜਾ ਤਰੀਕਾ ਆ ਉਹ ਸਾਡੇ ਲਈ ਚੰਗਾ ਨਹੀਂ ਹੈ ਮੈਨੂੰ ਲੱਗਦਾ। ਬਿਲਕੁਲ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਅਗਲੇ ਹਫਤੇ ਕਰਦੇ ਹਾਂ ਗੱਲਬਾਤ। ਹਰਜੀਤ ਜੀ ਧੰਨਵਾਦ ਜੀ ਬਹੁਤ ਬਹੁਤ। ਔਰ ਪੰਜਾਬੀ ਦੁਨੀਆ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਓਕੇ ਜੀ।